सतनाम श्री वाहिगुरु साहिब जी। तनासरी महला पंजवा। त्रिपत भई सच भोजन खाया, मन तन रसना नाम ध्याया। त्रिपत भई सच भोजन खाया, मन तन रसना नाम ध्याया। जीवना हर जीवना, जीवन हर जप साध संग। रहाऊ अनेक प्रकारी वस्त्र उड़ाए, आन दिन कीर्तन हर गुण गाए। हसती रथ अस असवारे, हर का मार्ग हृदय निहारे। मन तन अंतर चरण ध्याया, हर सुख निदान नानक दास पाया। मन तन अंतर चरण ध्याया, हर सुख निदान नानक दास पाया। वाहिगुरु जी का खालसा, वाहिगुरु जी की फतेह। ओंकार सतनाम करता पुरख निर्भव निर्वैर अकाल मूरत अजूनी सैभं गुरु प्रसाद। हे प्राणनाथ गोविंद है, कृपा निधान जगद गुरो। हे संसार ताप हरण है, करुणा मैं सब दुख हरो। हे शरण जोग दयाल है, दीनानाथ मया करो। शरीर स्वस्थ क्षीण समय, सिमरंत नानक राम दामोदर माधव है। परम सम्मान योग साहिब कमाल बारगाहे इनायत के मालक, कलयुगी जीवों के उद्धार करता, साहिबे सहाबा जोत रूप हराप, महिमा दे मालक धन धन गुरु पिता
ਸ੍ਰੀ ਗੁਰੂਦੇਵ ਗੁਰੂ ਗ੍ਰੰਥ ਸਾਹਿਬ ਜੀ ਦੇ ਮਹਾਨ ਬਰਕਤਮਈ ਕਦਮਾਂ 'ਚ ਬਿਰਾਜਮਾਨ ਗੁਰੂ ਪਿਆਰੀ ਸਾਧ ਸੰਗਤ, ਗੁਰੂਦੇਵ ਜੀ ਦੀ ਮਹਾਨ ਇਨਾਇਤ ਦਾ ਸਦਕਾ ਸਾਡੇ ਸਾਰਿਆਂ ਦੇ ਸਿਰ ਤੇ ਮਿਹਰਮਤਮਈ ਰੱਖੇ ਹੱਥ ਦਾ ਸਦਕਾ ਜੀਵਨ ਦਾ ਅੱਜ ਦਾ ਦਿਨ ਵੀ ਪ੍ਰਾਪਤ ਹੋਇਆ ਔਰ ਇਸ ਨਵੇਂ ਦਿਨ ਦੀ ਜੋ ਨਵੇਂ ਜਨਮ ਸਮਾਨ ਹੈ, ਸ਼ੁਰੂਆਤ ਕਰਨ ਦਾ ਬਲ ਵੀ ਸਾਹਿਬ ਜੀ ਨੇ ਆਪਣੇ ਚਰਨ ਕਮਲਾਂ 'ਚ ਪ੍ਰਦਾਨ ਕੀਤਾ ਹੈ। ਸਤਿਗੁਰੂ ਜੀ ਦੀ ਮਹਾਂ ਪਵਿੱਤਰ ਬਾਣੀ ਸਰਬੱਤਰ ਆਸਾ ਪੂਰਨ ਕਰਨਹਾਰ ਸ੍ਰੀ ਆਸਾ ਕੀ ਵਾਰ ਦੇ ਗਾਇਨ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਆਪ ਨੇ ਸਰਵਣ ਕੀਤੇ ਨੇ। ਕੁਝ ਸਮਾਂ ਹੋਰ ਸਤਿਗੁਰੂ ਪਾਤਸ਼ਾਹ ਜੀ ਦੇ ਸੱਚਖੰਡ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਵਿਖੇ ਪ੍ਰਾਪਤ ਹੋਏ ਮੁਬਾਰਕ ਹੁਕਮਨਾਮਾ ਗੁਰੂ ਬਚਨਾਂ ਦੀ ਵਿਚਾਰ ਰਾਹੀਂ ਮਨ ਗੁਰੂ ਚਰਨਾਂ ਨਾਲ ਜੁੜ ਸਕੇ, ਇਕਾਗਰਤਾ, ਅਦਬ ਤੇ ਆਨੰਦ ਦੀ ਦਾਤ ਝੋਲੀ 'ਚ ਪੈ ਸਕੇ। ਇਸ ਲਈ ਜਿਤਨੇ ਮਾਤਾ ਭਰਾਤਾ ਹਾਜ਼ਰੀਨ ਹਾਜ਼ਰੀ ਭਰ ਰਹੇ ਹੋ, ਪੇਸ਼ਤਰ ਸਤਿਗੁਰੂ ਜੀ ਦੇ ਚਰਨ ਕਮਲਾਂ ਦਾ ਧਿਆਨ ਕਰਦਿਆਂ ਦੋਹਾਂ ਹੱਥਾਂ ਨੂੰ ਹਿਰਦੇ ਦੇ ਸਾਹਮਣੇ ਜੋੜਦਿਆਂ ਐਸਾ ਮਹਿਸੂਸ ਕਰੀਏ ਕਿ ਸਾਡਾ ਸੀਸ ਗੁਰੂ ਨਾਨਕ ਦੇਵ ਜੀ ਦੇ ਚਰਨ ਕਮਲਾਂ ਤੇ ਟਿਕਿਆ ਹੈ ਤੇ ਸਾਹਿਬ ਜੀਆਂ ਨੇ ਮਿਹਰ ਭਰਿਆ ਹੱਥ ਸਾਡੇ ਸਿਰ ਤੇ ਰੱਖਿਆ ਹੋਇਆ। ਗੁਰੂਦੇਵ ਜੀ ਦੇ ਸ਼ਬਦ ਰੂਪੀ ਕਦਮਾਂ ਨੂੰ ਗਲਵੱਕੜੀ ਕਰਦਿਆਂ ਚਰਨ ਚੁੰਮਦਿਆਂ ਹੋਇਆਂ ਗੁਰੂ ਕੀ ਮੁਬਾਰਕ ਫਤਿਹ ਰਾਹੀਂ ਸਾਂਝ ਬਣਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦੇ ਮਹਾਬੋਲ ਮਹਿਮਾ ਦੇ ਮਾਲਕ ਧੰਨ ਧੰਨ ਗੁਰੂ ਪਿਤਾ ਤਪਤ ਮਾਹੇ ਠਾਂਡ ਵਰਤਾਵਣ ਵਾਲੇ ਸਤਿਗੁਰੂ, ਜਿਨ੍ਹਾਂ ਨੇ ਸੜਦੀ ਹੋਈ ਲੋਹ ਤੇ ਬੈਠ ਕੇ ਵੀ ਆਪਣੀ ਮੁਬਾਰਕ ਰਸਨਾ ਤੋਂ ਕੋਈ ਦੁਖਦਾਈ ਸੜਦਾ ਹੋਇਆ ਬੋਲ ਨਹੀਂ ਆਖਿਆ। ਭੱਟ ਜਨਾਂ ਨੇ, ਬ੍ਰਹਮ ਗਿਆਨੀਆਂ ਨੇ, ਸਾਰੇ ਬ੍ਰਹਿਮੰਡ ਦੀਆਂ ਮਹਾਨ ਪਵਿੱਤਰ ਆਤਮਾਵਾਂ ਨੇ, ਜਿਨ੍ਹਾਂ ਨੂੰ ਸਜਦਾ ਕਰਦੇ ਹੋਏ ਆਪਣੇ ਜੀਵਨ ਨੂੰ ਸਫਲ ਕੀਤਾ ਹੈ। ਔਰ ਭੱਟ ਜਨ ਕਹਿੰਦੇ ਨੇ, ਧਰਨ ਗਗਨ ਨਵ ਖੰਡ ਮਹਿ ਜੋਤ ਸਵਰੂਪੀ ਰਹਿਓ ਪਰ, ਪਨ ਮਥੁਰਾ ਕਸ ਭੇਦ ਨਹੀਂ ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਨਿਰੰਕਾਰ ਸਰੂਪ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਾਪਤ ਹੋਏ ਨੇ। ਇਹਨਾਂ ਪਾਵਨ ਬੋਲਾਂ ਵਿੱਚ ਸਾਹਿਬ ਜੀ ਨੇ ਜੀਵਨ ਦਾ ਜ਼ਿਕਰ ਕੀਤਾ ਹੈ। ਮੈਂ ਅਰਜ਼ ਕਰਾਂ, ਜੋ ਕੁਝ ਮਨੁੱਖ ਦੇ ਕੋਲ ਹੁੰਦਾ ਹੈ, ਜੈਸੀ ਉਸ ਦੀ ਕਿਰਤ ਹੁੰਦੀ ਹੈ, ਵਿਵਹਾਰ ਹੁੰਦਾ ਹੈ, ਉਸ ਦਾ ਆਪਣਾ ਆਚਾਰ ਹੁੰਦਾ ਹੈ, ਉਹ ਮਨੁੱਖ ਉਸ ਤਰ੍ਹਾਂ ਦੀ ਗੱਲ ਕਰਦਾ ਹੈ, ਉਸ ਤਰ੍ਹਾਂ ਦੀ ਵਿਚਾਰ ਕਰਦਾ ਹੈ। ਅਗਰ ਤੁਸੀਂ ਕਿਸੇ ਵਪਾਰੀ ਮਨੁੱਖ ਕੋਲ ਬੈਠੋਗੇ, ਕਾਰੋਬਾਰੀ ਕੋਲ ਬੈਠੋਗੇ ਤੇ ਉਸ ਕੋਲ ਬੈਠ ਕੇ ਤੁਹਾਨੂੰ ਵਿਚਾਰ ਕਾਰੋਬਾਰ ਬਾਰੇ ਸੁਣਨ ਨੂੰ ਮਿਲੇਗੀ। ਉਹ ਆਪਣੇ ਕਾਰੋਬਾਰ ਦੀ ਗੱਲ ਕਰੇਗਾ। ਜੇ ਕਿਸੇ ਵਿਦਵਾਨ ਪੁਰਸ਼ ਕੋਲ ਬੈਠੋਗੇ, ਸਿਆਣੇ ਪੁਰਸ਼ ਕੋਲ ਬੈਠੋਗੇ, ਉਸ ਕੋਲ ਤੁਹਾਨੂੰ ਸਿਆਣਪ ਭਰੇ ਹੋਏ ਵਿਚਾਰ, ਗਿਆਨ ਲਬਰੇਜ਼ ਬੋਲ ਸੁਣਨ ਨੂੰ ਪ੍ਰਾਪਤ ਹੋਵਣਗੇ।
ਮਹਾਰਾਜ ਜੀ ਨੇ ਆਪਣੀ ਮੁਬਾਰਕ ਬਾਣੀ ਵਿੱਚ ਦੋ ਬੋਲ ਬੜੇ ਗਹਿਰੇ ਆਖੇ ਨੇ। ਕਹਿੰਦੇ ਨੇ ਆਪਣੇ ਰੰਗ ਸਭ ਕੋ ਰਚੈ, ਜਿਤ ਜਿਤ ਲਾਇਆ ਤਿਤ ਤਿਤ ਲੱਗੈ। ਸਤਿਗੁਰੂ ਜੀ ਫਰਮਾਨ ਕਰਦੇ ਨੇ ਕਹਿੰਦੇ ਨੇ ਹਟਵਾਣੀ ਹਟ ਮਾਲ ਧਨ ਕੀਤ, जुआरी जुए मह चीत। हटवाणिया जिसने अपना दुकान खोल रखी है, कारोबार खोल रखा, उसकी भाषा विच दुकान बोलती हुई दिखाई पेगी, उहदे विचारां विच दुकान रहेगी। महाराज जी ने बड़े सरल बोल आखे ने, जुआरी जुए मह चीत। ਤੇ ਜੂਆ ਖੇਲਣ ਵਾਲੇ ਦਾ ਹਿਰਦਾ ਦਾਅ ਪੇਚਾਂ ਵਿੱਚ ਰਹੇਗਾ। ਕਿਸ ਤਰ੍ਹਾਂ ਦਾਅ ਲਗਾਉਣਾ ਹੈ, ਕਿਸ ਤਰ੍ਹਾਂ ਪੇਚ ਪਾਣੇ ਨੇ, ਕਿਸ ਤਰ੍ਹਾਂ ਪਾਸਾ ਢਾਲਣਾ ਹੈ। ਜੁਆਰੀ ਜੂਏ ਮਹਿ ਚੀਤ, ਅਮਲੀ ਜੀਵੈ ਅਮਲ ਖਾਏ। ਕੋਈ ਮਨੁੱਖ ਨਸ਼ਿਆਂ ਨਾਲ ਜੁੜ ਗਿਆ, ਵਿਅਸਨ ਨਾਲ ਜੁੜ ਗਿਆ ਤੇ ਉਸ ਨੂੰ ਆਪਣਾ ਜੀਵਨ ਅਮਲ ਵਿੱਚ ਦਿਖਾਈ ਪਏਗਾ, ਨਸ਼ਿਆਂ ਵਿੱਚ ਦਿਖਾਈ ਪਵੇਗਾ। ਤੇ ਸਾਹਿਬ ਕਹਿੰਦੇ ਨੇ ਗਿਆਨੀ ਜੀਵੈ ਹਰ ਧਿਆਏ। ਪ੍ਰਮਾਤਮਾ ਨਾਲ ਜੁੜਿਆ ਹੋਇਆ ਮਨੁੱਖ ਉਹਦੇ ਵਿਚਾਰ ਚੋਂ, ਉਸਦੇ ਕਿਰਦਾਰ ਚੋਂ, ਉਸਦੇ ਹਿਰਦੇ ਦੀਆਂ ਤਰੰਗਾਂ ਚੋਂ ਕੇਵਲ ਕਰਤਾ ਪੁਰਖ ਦਾ ਨਾਮ ਸੁਣਾਈ ਪਏਗਾ। ਉਹ ਨਾਮ ਦੀ ਵਡਿਆਈ ਕਰਦਾ ਹੋਇਆ ਦਿਖਾਈ ਪਏਗਾ। ਇਸ ਲਈ ਮੈਂ ਅਰਜ਼ ਕਰਾਂ, ਸਤਿਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀਆਂ ਦੇ ਕੋਲ ਉਹ ਮਹਾਨ ਰਸ ਨਾਲ ਭਰਿਆ ਹੋਇਆ ਜੀਵਨ ਮੌਜੂਦ ਹੈ, ਆਨੰਦ ਨਾਲ ਭਰਿਆ ਹੋਇਆ ਜੀਵਨ ਮੌਜੂਦ ਹੈ। ਹਿਰਦੇ ਦੀਆਂ ਤਰੰਗਾਂ ਬਰਕਤ ਲਬਰੇਜ਼ ਹਨ। ਇਸ ਲਈ ਮੇਰੇ ਸਾਹਿਬ ਜੀਵਨ ਦੀ ਗੱਲ ਕਰਦੇ ਨੇ ਕਿ ਜੀਵਨ ਹੈ ਕੀ ਹੈ, ਜੀਵਨ ਆਖਿਆ ਕਿਸ ਨੂੰ ਜਾਂਦਾ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀਆਂ ਦੇ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਪੁਰਖਾ ਜੀਵਨਾ ਕੀ ਹੈ, ਹਰੀ ਦਾ ਰੂਪ ਹੋ ਕੇ ਜੀਵਨਾ। ਜੀਵਨ ਕੀ ਹੈ, ਪਰਮਾਤਮਾ ਦਾ ਰੂਪ ਹੋ ਕੇ ਜੀਵਨਾ। ਤੇ ਇਹ ਪਰਮਾਤਮ ਰੂਪ ਹੋਣ ਦੀ ਬਰਕਤ, ਪਰਮਾਤਮ ਰੂਪ ਹੋਣ ਦੀ ਸਫਲਤਾ ਮਨੁੱਖ ਨੂੰ ਗੁਰੂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ, ਗੁਰੂ ਪਿਆਰਿਆਂ ਦੀ ਸੰਗਤ ਵਿੱਚੋਂ ਨਸੀਬ ਹੁੰਦੀ ਹੈ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਇਹ ਮਰਕਜ਼ੀ ਬੋਲ ਨੇ ਇਸ ਪਾਵਨ ਸ਼ਬਦ ਦੇ, ਜੋ ਸਤਿਗੁਰੂ ਦੇਵ ਜੀਆਂ ਨੇ ਮਹਿਰਾਮਤ ਕਰਦਿਆਂ ਧਨਾਸਰੀ ਰਾਗ ਵਿੱਚ ਆਖੇ ਹਨ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ 684 ਨੰਬਰ ਅੰਗ ਤੇ ਇਹ ਬੋਲ ਸੁਭਾਏਮਾਨ ਨੇ। ਬੜੇ ਮਹਾਂ ਬੋਲ ਨੇ ਮੇਰੇ ਸਾਹਿਬ ਜੀ ਦੇ। ਜੀਵਨਾ ਹਰ ਜੀਵਨਾ, ਜੀਵਨ ਹਰ ਜਪ ਸਾਧ ਸੰਗ। ਮਨੁੱਖ ਦਾ ਜੀਵਨ ਦੇਖੀਏ ਤੇ ਨਾਮ ਨਾਲੋਂ ਟੁੱਟ ਕੇ, ਕਰਤਾ ਪੁਰਖ ਨਾਲੋਂ ਟੁੱਟ ਕੇ ਇਹ ਜੀਵਨ ਰੋਗਾਂ ਦਾ ਘਰ ਬਣਿਆ ਰਹਿੰਦਾ। ਹਿਰਦਾ ਮਨ ਸੋਗਾਂ ਦਾ ਘਰ ਬਣਿਆ ਰਹਿੰਦਾ। ਦੁੱਖ ਬਣੇ ਰਹਿੰਦੇ ਨੇ। ਮਹਾਰਾਜ ਜੀਆਂ ਨੇ ਬੋਲ ਵੀ ਆਪਣੀ ਬਾਣੀ ਚ ਆਖੇ ਨੇ। ਫਰਮਾਨ ਕਰਦੇ ਨੇ ਮੇਰੇ ਸਾਹਿਬ, ਕਹਿੰਦੇ ਨੇ ਸਭੋ ਦੁੱਖ ਸੰਤਾਪ ਜਾਂ ਤੁਧੋਂ ਭੁੱਲੀਐ। ਹੇ ਕਰਤਾ ਪੁਰਖ ਉਸ ਵੇਲੇ ਸਾਰੇ ਦੁੱਖ, ਸਾਰੇ ਤਾਪ, ਸਾਰੀਆਂ ਮੁਸੀਬਤਾਂ ਤੇ ਸਾਰੀਆਂ ਅਸਫਲਤਾਵਾਂ ਮਨੁੱਖ ਦੀ ਝੋਲੀ 'ਚ ਪੈ ਜਾਂਦੀਆਂ ਨੇ ਜਦੋਂ ਕੋਈ ਕਰਤਾ ਪੁਰਖ ਤੇਰੇ ਨਾਮ ਨੂੰ ਭੁੱਲ ਜਾਂਦਾ ਹੈ, ਤੇਰੀ ਯਾਦ ਨੂੰ ਭੁੱਲ ਜਾਂਦਾ ਹੈ, ਤੇਰੀ ਵਡਿਆਈ ਨੂੰ ਭੁੱਲ ਜਾਂਦਾ ਹੈ। ਫਿਰ ਜੀਵਨ ਹਰ ਦੁੱਖ ਨਾਲ ਗ੍ਰਸਤ ਹੋਇਆ ਦਿਖਾਈ ਪੈਂਦਾ ਹੈ। ਜੀਵਨ ਹਰ ਪੀੜਾ ਨਾਲ ਭਰਿਆ ਹੋਇਆ ਦਿਖਾਈ ਪੈਂਦਾ ਹੈ। ਆਮ ਕਰਕੇ ਜੇ ਦੇਖੀਏ ਤੇ ਮਨੁੱਖ ਆਪਣਾ ਜੀਵਨ ਨੂੰ ਪਹਿਲੇ ਸਵਾਸ ਤੋਂ ਲੈ ਕੇ ਜਿਸ ਦਿਨ ਇਸ ਧਰਤੀ ਤੇ ਮਨੁੱਖ ਦੇ ਕਦਮ ਪਏ ਨੇ, ਮਨੁੱਖ ਦੀ ਆਮਦ ਹੋਈ ਹੈ, ਪਹਿਲੇ ਸਵਾਸ ਤੋਂ ਲੈ ਕੇ ਆਖਰੀ ਸਵਾਸ ਤੱਕ ਦਾ ਸਮਾਂ
ਉਹ 40 ਸਾਲ ਹੋਵੇ 50 ਸਾਲ ਹੋਵੇ ਭਾਵੇਂ ਜਿਤਨੇ ਮਰਜ਼ੀ ਸਾਲਾਂ ਦਾ ਹੋਵੇ, ਆਖਰੀ ਸਵਾਸ ਤੱਕ ਦੇ ਸਮੇਂ ਨੂੰ ਮਨੁੱਖ ਨੇ ਜੀਵਨ ਸਮਝਿਆ। ਅਸੀਂ ਜੀਵਨ ਸਮਝਿਆ। ਸਰੀਰਕ ਜੀਵਨ ਤੇ ਹੋਰ ਵੀ ਮੋਟੇ ਤੌਰ ਤੇ ਹੈਗਾ, ਬਈ ਸਾਹ ਚੱਲਦਾ ਪਿਆ, ਸਰਕੂਲੇਸ਼ਨ ਚੱਲਦੀ ਪਈ ਹੈ, ਹਾਰਟ ਬੀਟ ਚੱਲਦੀ ਪਈ ਹੈ, ਮਨੁੱਖ ਖਾ ਪੀ ਰਿਹਾ, ਆ ਜਾ ਰਿਹਾ। ਮੈਡੀਕਲ ਸਾਇੰਸ ਇਸ ਨੂੰ ਹੀ ਜੀਵਨ ਕਹਿੰਦੀ ਹੈ। ਸਰੀਰ ਦਾ ਜ਼ਿੰਦਾ ਰਹਿਣਾ ਜੀਵਨ ਹੈ, ਸਰੀਰ ਬਚਿਆ ਰਹਿਣਾ ਜੀਵਨ ਹੈ। ਪਰ ਮੇਰੇ ਸਾਹਿਬ ਕਹਿੰਦੇ ਨਹੀਂ ਪੁਰਖਾ, ਇਹ ਜੀਵਨ ਨਹੀਂ ਹੈ। ਜੀਵਨ ਨੂੰ ਪ੍ਰਾਪਤ ਕਰਨ ਦਾ ਇੱਕ ਮੌਕਾ ਮਾਤਰ ਹੈ, ਇੱਕ ਸਮਾਂ ਮਾਤਰ ਹੈ। ਜੈਸੇ ਇਮਤਿਹਾਨ ਵਿੱਚ ਬੈਠਣਾ ਵਿਦਿਆਰਥੀ ਲਈ ਸਫਲ ਹੋਣ ਦਾ ਇੱਕ ਸਾਧਨ ਹੈਗਾ, ਵੱਡੀਆਂ ਸ਼੍ਰੇਣੀਆਂ ਵਿੱਚ ਪਹੁੰਚਣ ਦਾ, ਪਦਵੀਆਂ ਪ੍ਰਾਪਤ ਕਰਨ ਦਾ ਇੱਕ ਸਾਧਨ ਹੈਗਾ ਹੈ। ਪਰ ਜੇ ਮਨੁੱਖ ਆਖੇ ਇਮਤਿਹਾਨ ਹੀ ਪਦਵੀ ਹੈ, ਇਮਤਿਹਾਨ ਵਿੱਚ ਬੈਠਣਾ ਹੀ ਅਗਲੀਆਂ ਸ਼੍ਰੇਣੀਆਂ ਨੇ, ਨਹੀਂ, ਇਹ ਤੈਨੂੰ ਤਰੱਕੀ ਦਾ ਮੌਕਾ ਹੈਗਾ, ਇਹ ਚਾਂਸ ਮਿਲਿਆ ਹੈ। ਤੇ ਮੇਰੇ ਸਾਹਿਬ ਨੇ ਇਸ ਮਨੁੱਖਾ ਸਮੇਂ ਨੂੰ ਇੱਕ ਚਾਂਸ ਹੀ ਦੱਸਿਆ, ਇੱਕ ਮੌਕਾ ਹੀ ਦੱਸਿਆ। ਕਿਤਨੇ ਗਹਿਰੇ ਬੋਲ ਨੇ ਮੇਰੇ ਸਾਹਿਬ ਜੀਆਂ ਦੇ, ਫਰਮਾਨ ਕਰਦੇ ਹੋਏ ਕਹਿੰਦੇ ਨੇ, ਇਹੀ ਤੇਰੀ ਅਵਸਰ, ਇਹੀ ਤੇਰੀ ਬਾਰ, ਘਟ ਭੀਤਰ ਤੂੰ ਦੇਖ ਵਿਚਾਰ। ਇਹ ਬੋਲ ਤੇ ਆਪ ਸਾਰਿਆਂ ਨੂੰ ਜ਼ੈ ਨਸੀਹ ਹੋਵਣਗੇ, ਤੁਹਾਡੀ ਯਾਦ ਵਿੱਚ ਹੋਵਣਗੇ। ਜਿਨ੍ਹਾਂ ਮੁਬਾਰਕ ਬੋਲਾਂ ਸਾਹਿਬ ਫਰਮਾਨ ਕਰਦੇ ਨੇ, ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਇਹ ਜੀਵਨ ਦੀ ਵਾਰੀ ਹੈ। ਤੇ ਜੀਵਨ ਕੀ ਹੈ? ਜੀਵਨ ਹੈ ਜਿੱਥੇ ਮੌਤ ਨਾ ਹੋਵੇ, ਜਿੱਥੇ ਮੁੜ ਕੇ ਮਰਨਾ ਨਾ ਹੋਵੇ। ਤੇ ਉਹ ਐਸਾ ਮਹਾਨ ਜੀਵਨ ਹੈ, ਉਸ ਦਾ ਨਾਮ ਪਰਮਾਤਮਾ ਹੈ, ਉਸ ਤੋਂ ਜੀਵਨ ਪ੍ਰਾਪਤ ਹੁੰਦਾ। ਸਾਹਿਬ ਨੇ ਵੀ ਬੋਲ ਬੜੇ ਗਹਿਰੇ ਆਪਣੀ ਬਾਣੀ ਚ ਆਖੇ ਨੇ, ਤੁਹਾਨੂੰ ਯਾਦ ਹੋਵਣਗੇ। ਗੁਰੂ ਨਾਨਕ ਦੇਵ ਜੀਆਂ ਦੇ ਬੋਲ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਫਿਰ ਚੰਗਾ ਨਾਮ ਰਖਾਏ ਕੈ, ਸੰਸਾਰ ਤੇ ਬੜਾ ਸ਼ੋਭਾਵਾਨ ਵਿਅਕਤੀ ਹੋਵੇ, ਬੜਾ ਮਹਾਨ ਸਨਮਾਨਯੋਗ ਵਿਅਕਤੀ ਹੋਵੇ, ਤੇ ਉਸ ਦਾ ਸਨਮਾਨ ਹਰ ਕੋਈ ਕਰਦਾ, ਕੋਈ ਵੀ ਉਸ ਦੇ ਵਿਰੋਧ 'ਚ ਖੜਾ ਨਾ ਹੁੰਦਾ ਹੋਵੇ, ਬਲਕਿ 2 ਕਦਮ ਉਸ ਦੇ ਨਾਲ ਚੱਲ ਕੇ ਉਸ ਕੋਲ ਬੈਠ ਕੇ ਪ੍ਰਾਊਡ ਮਹਿਸੂਸ ਕਰਦਾ ਹੋਵੇ, ਆਪਣਾ ਸਫਲਤਾ, ਆਪਣੀ ਮਹਾਨਤਾ ਮਹਿਸੂਸ ਕਰਦਾ ਹੋਵੇ। ਬੜੇ ਗਹਿਰੇ ਬੋਲ ਗੁਰੂ ਨਾਨਕ ਦੇਵ ਜੀ ਨੇ ਆਖੇ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਹੋਰ 10 ਗੁਣਾ ਹੋ ਜਾਏ, 40 ਯੁੱਗ ਕਿਸੇ ਦੀ ਉਮਰ ਹੋ ਜਾਏ। ਸਤਿਗੁਰੂ ਨੇ ਜੇ ਬੋਲ ਆਖੇ ਨੇ ਨਾ, ਤੇ ਮੈਂ ਅਰਜ਼ ਕਰਾਂ, ਇਹਨਾਂ ਦੇ ਅੰਦਰ ਗਹਿਰਾ ਰਾਜ ਛੁਪਿਆ ਹੈ, ਗਹਿਰੀ ਬਰਕਤ ਛੁਪੀ ਹੋਈ ਹੈ। ਆਪ ਕਹਿਣਾ ਇਹ ਚਾਹੁੰਦੇ ਨੇ, ਨਾਮ ਤੋਂ ਬਿਨਾਂ ਕੋਈ ਜੀਵਨ ਨਹੀਂ ਹੈ, ਭਾਵੇਂ ਉਮਰ ਕਿਤਨੀ ਵਡੇਰੀ ਹੋ ਜਾਏ। ਬੜੇ ਮਹਾਂ ਬੋਲ ਸਾਹਿਬ ਜੀਆਂ ਦੇ, ਜੇ ਜੁਗ ਚਾਰੇ ਆਰਜਾ, ਹੋਰ ਦਸੂਣੀ ਹੋਏ, ਨਵਾਂ ਖੰਡਾਂ ਵਿੱਚ ਜਾਣੀਐ, ਨਾਲ ਚੱਲੇ ਸਭ ਕੋਏ। ਚੰਗਾ ਨਾਉ ਰਖਾਏ ਕੈ, ਜਸ ਕੀਰਤ ਜਗ ਲੇ। ਪਰ ਨਾਲ ਸਾਹਿਬ ਜੀ ਇਹ ਬਚਨ ਵੀ ਕਹਿੰਦੇ ਨੇ, ਜੇ ਤਿਸ ਨਦਰ ਨਾ ਆਵਈ, ਉਸ ਜੀਵਨ ਦੇ ਦਾਤੇ ਦੀ ਮਿਹਰਮਤ ਦੀ ਨਜ਼ਰ ਅਗਰ ਨਹੀਂ ਬਣੀ, ਉਸ ਦੀ ਨਜ਼ਰ ਵਿੱਚ ਕਬੂਲ ਨਹੀਂ ਹੋਇਆ, ਤਾਂ ਫਿਰ ਸਾਹਿਬ ਕਹਿੰਦੇ ਨੇ, ਜੇ ਤਿਸ ਨਦਰ ਨਾ ਆਵਈ, ਤਾਂ ਬਾਤ ਨਾ ਪੁੱਛੇ ਕਿ ਕੀਟਾਂ ਅੰਦਰ ਕੀਟ, ਕਰ ਦੋਸ਼ੀ ਦੋਸ਼ ਧਰੇ। ਸਾਹਿਬ ਜੀਆਂ ਦੇ ਅਗੰਮੀ ਬੋਲ ਨੇ। ਐਸਾ ਸਮਾਂ ਬਣ ਜਾਂਦਾ ਹੈ ਕਿ ਮਨੁੱਖ ਨਾਮ ਨਾਲੋਂ ਟੁੱਟ ਕੇ ਸੰਸਾਰ ਤੇ ਅਪਮਾਨਿਤ ਹੁੰਦਾ, ਸੰਸਾਰ ਤੇ ਉਹਦਾ ਜੀਵਨ ਦੁੱਖਾਂ ਨਾਲ ਭਰ ਜਾਂਦਾ ਹੈ, ਮੁਸੀਬਤਾਂ ਨਾਲ ਭਰ ਜਾਂਦਾ ਹੈ, ਤੇ ਜੀਵਨ ਕੇਵਲ ਕਰਤਾ ਪੁਰਖ ਦਾ ਨਾਮ ਹੀ ਹੈਗਾ। ਹੋਰ ਵੀ ਬੋਲ ਸਾਹਿਬ ਜੀ ਨੇ ਆਖੇ ਨੇ,
ਕਹਿੰਦੇ ਨੇ ਆਖਾਂ ਜੀਵਾਂ ਵਿਸਰੇ ਮਰ ਜਾਓ। ਸਿਮਰਨ ਦੇ ਨਾਲ, ਜਪਣ ਦੇ ਨਾਲ ਜ਼ਿੰਦਗੀ ਇੱਕ ਰੱਬੀ ਤਰਤੀਬ ਵਿੱਚ ਆ ਜਾਂਦੀ। ਇੱਕ ਰੱਬੀ ਤਰਤੀਬ ਉਸ ਨੂੰ ਪਰਮਾਤਮਾ ਮਈ ਬਣਾ ਦਿੰਦੀ ਹੈ। ਉਂਝ ਵੀ ਅਗਰ ਵਿਚਾਰ ਕੇ ਦੇਖੀਏ ਤੇ ਸੰਸਾਰ ਤੇ ਜੋ ਕੁਝ ਵੀ ਆਕਾਰ ਦਿਖਾਈ ਪੈ ਰਿਹਾ, ਵੱਡੀਆਂ ਵੱਡੀਆਂ ਇਮਾਰਤਾਂ ਦਿਖਾਈ ਪੈ ਰਹੀਆਂ ਨੇ, ਇਹ ਸਾਰੀਆਂ ਕਿਸੇ ਤਰਤੀਬ ਨਾਲ ਬਣਾਈਆਂ ਗਈਆਂ। ਕੋਈ ਤਰਤੀਬ ਕੰਮ ਕਰਦੀ ਹੈ, ਕੋਈ ਤੌਰ ਤਰੀਕਾ ਕੰਮ ਕਰਦਾ ਹੈ, ਜਾਂ ਦੂਜੇ ਸ਼ਬਦਾਂ 'ਚ ਕਹਿ ਲਓ ਕੋਈ ਨਿਯਮ ਕੰਮ ਕਰਦਾ ਹੈ। ਨਿਯਮ ਤੋਂ ਬਿਨਾਂ ਅਗਰ ਇੱਟਾਂ ਨੂੰ ਰੱਖ ਦੇਵੋਗੇ ਤੇ ਉਹ ਇੱਟਾਂ ਦਾ ਢੇਰ ਹੋਵੇਗਾ, ਇੱਟਾਂ ਦਾ ਮਹਿਲ ਨਹੀਂ ਬਣ ਸਕਦਾ। ਕੋਈ ਮਨੁੱਖ ਸਾਰਾ ਮਕਾਨ ਦਾ ਸਾਜੋ ਸਮਾਨ ਲਿਆ ਕੇ ਰੱਖ ਦੇਵੇ, ਇੱਟਾਂ ਰੱਖ ਦੇਵੇ, ਸੀਮੈਂਟ ਆਦਿਕ ਰੱਖ ਦੇਵੇ, ਸਰੀਆ ਆਦਿਕ ਰੱਖ ਦੇਵੇ, ਤੇ ਫਿਰ ਲੋਕਾਂ ਨੂੰ ਬੁਲਾ ਲਿਆਵੇ, ਆਖੇ ਆਓ ਮੈਂ ਤੁਹਾਨੂੰ ਦਿਖਾਵਾਂ, ਮੈਂ ਮਕਾਨ ਬਣਾ ਲਿਆ, ਮੈਂ ਮਹਿਲ ਬਣਾ ਲਿਆ ਹੈ, ਤੇ ਸਾਰੇ ਲੋਕੀ ਹੱਸਣਗੇ, ਆਖਣਗੇ ਇਹ ਮਨੁੱਖ ਕਮਲਾ ਹੋ ਗਿਆ। ਇਸ ਤਰ੍ਹਾਂ ਮਕਾਨ ਥੋੜੀ ਬਣਦਾ ਹੈ। ਅਗਲਾ ਆਖੇ ਬਈ ਨਹੀਂ, ਇਹਨਾਂ ਚੀਜ਼ਾਂ ਨਾਲ ਹੀ ਤੇ ਬਣਦਾ। ਇੱਟਾਂ ਹੋਵਣ, ਸਰੀਆ ਹੋਵੇ, ਸੀਮੈਂਟ ਹੋਵੇ, ਮਕਾਨ ਬਣ ਜਾਂਦਾ ਹੈ। ਕੌਣ ਦੱਸੇ ਪੁਰਖਾ ਇਹ ਮਕਾਨ ਤਾਂ ਬਣੇਗਾ ਜੇ ਸਾਰੇ ਸਮਾਨ ਨੂੰ ਇੱਕ ਤਰਤੀਬ ਵਿੱਚ ਲਾਵੇਂਗਾ, ਇੱਕ ਨਿਯਮ ਵਿੱਚ ਇਸ ਨੂੰ ਰੱਖੇਗਾ, ਤੇ ਫਿਰ ਇਹ ਇੱਟਾਂ ਮਹਿਲ ਬਣ ਜਾਣਗੀਆਂ। ਫਿਰ ਇਹ ਸਰੀਆ ਸੀਮੈਂਟ ਆਦਿਕ ਤੇਰੇ ਰਹਿਣ ਦਾ ਖੂਬਸੂਰਤ ਥਾਂ ਬਣ ਜਾਵੇਗਾ, ਔਰ ਉਹ ਨਿਯਮ ਸੂਤਰ ਦੇ ਰੂਪ ਵਿੱਚ ਚੱਲਦਾ। ਤੁਸੀਂ ਦੇਖਿਆ ਨਾ ਰਾਜ ਮਿਸਤਰੀ ਦੇ ਕੋਲ ਜਿੱਥੇ ਤੇਸੀਆਂ ਹੁੰਦੀਆਂ ਨੇ, ਕੰਡੀਆਂ ਹੁੰਦੀਆਂ ਨੇ, ਉਹਦੇ ਨਾਲ ਇੱਕ ਨਾਜ਼ੁਕ ਜਿਹਾ ਸੂਤਰ ਹੁੰਦਾ। ਉਸ ਸੂਤਰ ਤੋਂ ਬਗੈਰ ਇੱਕ ਇੱਟ ਵੀ ਨਹੀਂ ਲਾਈ ਜਾ ਸਕਦੀ। ਔਰ ਉਹੀ ਨਿਯਮ ਹੈ ਤੇ ਉਹੀ ਨਿਯਮ ਇੱਟਾਂ ਨੂੰ, ਸਮਾਨ ਨੂੰ ਮਹਿਲ ਬਣਾ ਦਿੰਦਾ। ਬਿਲਕੁਲ ਇਸ ਤਰ੍ਹਾਂ ਗੁਰੂ ਬਾਬੇ ਦਾ ਬਖਸ਼ਿਆ ਹੋਇਆ ਇੱਕ ਨਿਯਮ ਹੈ, ਤੇ ਉਸ ਨਿਯਮ ਵਿੱਚ ਜੀਵਦਿਆਂ ਜੀਵਦਿਆਂ ਇੱਕ ਦਿਨ ਮਨੁੱਖ ਕਰਤਾ ਪੁਰਖ ਦਾ ਰੂਪ ਹੋ ਜਾਂਦਾ। ਉਹਦਾ ਜੀਵਨ ਅੰਮ੍ਰਿਤ ਦਾ ਸਾਗਰ ਹੋ ਜਾਂਦਾ। ਉਹਦੇ ਅੰਦਰੋਂ ਸਾਰੀ ਈਰਖਾ, ਵੈਰ ਵਿਰੋਧ, ਵਾਸਨਾ, ਕ੍ਰੋਧ ਦਾ ਜ਼ਹਿਰ ਨਿਕਲ ਜਾਂਦਾ ਹੈ। ਕਿਤਨੇ ਮਹਾਂਬੋਲ ਆਖੇ ਨੇ ਭਗਤ ਸਿਰਮੌਰ ਭਗਤ ਨਾਮਦੇਵ ਜੀਆਂ ਨੇ, ਕਹਿੰਦੇ ਨੇ 70 ਦੋਏ ਭਰੇ ਅੰਮ੍ਰਿਤ ਸਰ ਬਿਖ ਕੋ ਮਾਰ ਕਢਾਓ। ਸਤਿਗੁਰੂ ਪਾਤਸ਼ਾਹ ਜੀ ਦੇ ਕੋਲ ਜੀਵਨ ਸ਼ੈਲੀ ਹੈ, ਤੇ ਜੀਵਨ ਸ਼ੈਲੀ ਨੇ ਬੜਿਆਂ ਮਨੁੱਖਾਂ ਦਾ ਜੀਵਨ ਅੰਮ੍ਰਿਤਮਈ ਬਣਾ ਦਿੱਤਾ। ਤੁਸੀਂ ਦੇਖ ਲਓ ਭਾਈ ਬਿਧੀ ਚੰਦ ਜੀ, ਜੋ ਮਹਾਨ ਬ੍ਰਹਮ ਗਿਆਨੀ ਹੋਏ, ਜਿਨ੍ਹਾਂ ਨੂੰ ਛੇਵੇਂ ਪਾਤਸ਼ਾਹ ਜੀ ਨੇ ਆਪਣੇ ਗਲ ਨਾਲ ਲਾ ਲਿਆ। ਇਸ ਤੋਂ ਵੱਡੀ ਹੋਰ ਕੋਈ ਅਵਸਥਾ ਨਹੀਂ ਆਉਂਦੀ। ਹਾਂ ਤੁਮਰੀ ਕਰੋ ਨਿਤ ਆਸ ਪ੍ਰਭ, ਮੋਹਿ ਕਬ ਗਲ ਲਾਵਾਂਗੇ। ਬੜੀ ਵੱਡੀ ਅਵਸਥਾ ਹੈ, ਬੜੀ ਵੱਡੀ ਪ੍ਰਾਪਤੀ ਹੈ। ਜਾਂ ਇੰਝ ਕਹਿ ਲਓ ਧਾਰਮਿਕ ਜਗਤ ਦਾ ਸਭ ਤੋਂ ਵੱਡਾ ਮੁਰਾਤਬਾ ਹੈ ਕਿਸੇ ਨੂੰ ਗੁਰੂ ਚਰਨਾਂ ਨਾਲ ਲੱਗਣਾ ਨਸੀਬ ਹੋ ਜਾਏ, ਤੇ ਜਿਸ ਨੂੰ ਗੁਰੂ ਆਪਣੇ ਗਲ ਨਾਲ ਲਾ ਲਵੇ, ਪ੍ਰੇਮ ਨਾਲ ਮੱਥਾ ਚੁੰਮ ਲਵੇ, ਤੇ ਬੋਲ ਇਹ ਆਖ ਦੇਵੇ ਬਿਧੀ ਚੰਦ ਸੀਨਾ ਗੁਰੂ ਕਾ ਸੀਨਾ। ਇਹਦਾ ਮਤਲਬ ਵਿਚਾਰ ਨੂੰ ਨਾਲ ਨਾਲ ਸਮਝਦੇ ਜਾਣਾ, ਤੇ ਆਪਣੇ ਹਿਰਦੇ ਵਿੱਚ ਵਿਚਾਰ ਕਰਦੇ ਜਾਣਾ। ਔਰ ਵਿਚਾਰਨਾ ਹੀ ਮਹਾਰਾਜ ਦੀ ਸਿੱਖੀ ਹੈ। ਸਿੱਖੀ ਸਿੱਖਿਆ ਗੁਰ ਵਿਚਾਰ। ਗੁਰੂ ਨੇ ਗਲ ਨਾਲ ਲਾ ਲਿਆ, ਮੱਥਾ ਚੁੰਮਿਆ, ਤੇ ਆਖਿਆ ਮੇਰੇ ਵਿੱਚ ਤੇ ਬਿਧੀ ਚੰਦ ਵਿੱਚ ਫਰਕ ਕੋਈ ਨਹੀਂ ਰਹਿ ਗਿਆ। ਇਹ ਸਾਗਰ ਦਾ ਸੁਭਾਅ ਹੈ। ਭਾਵੇਂ ਕਿੱਥੋਂ ਯਾਤਰਾ ਕਰਦਾ ਕਰਦਾ, ਲੰਬੀ ਯਾਤਰਾ ਕਰਦਾ ਕਰਦਾ, ਕੋਈ ਦਰਿਆ, ਕੋਈ ਨਦੀ ਨਾਲਾ ਸਾਗਰ ਤੱਕ ਪਹੁੰਚ ਜਾਏ, ਤੇ ਸਾਗਰ ਉਸ ਦਾ ਉਛਲ ਕੇ ਸਵਾਗਤ ਕਰਦਾ। ਇਹ ਉਛਲਦੀਆਂ ਹੋਈਆਂ ਲਹਿਰਾਂ
ਸਾਗਰ ਵੱਲੋਂ ਹਰ ਆਉਣ ਵਾਲੇ ਕਤਰੇ ਦਾ ਸਵਾਗਤ ਹੈ, ਹਰ ਆਉਣ ਵਾਲੇ ਕਤਰੇ ਦਾ ਸਨਮਾਨ ਹੈ। ਤੇ ਸਾਗਰ ਫਿਰ ਸਵਾਗਤ ਹੀ ਨਹੀਂ ਕਰਦਾ, ਸਾਗਰ ਉਸ ਨੂੰ ਆਪਣਾ ਰੂਪ ਵੀ ਦੇ ਦਿੰਦਾ, ਆਪਣੀ ਗਹਿਰਾਈ, ਆਪਣੀ ਵਡਿਆਈ, ਆਪਣੀ ਵਿਲੱਖਣਤਾ, ਆਪਣਾ ਸੁਭਾਅ ਦੇ ਦਿੰਦਾ। ਤੇ ਗੁਰੂ ਦਾ ਇਹੀ ਸੁਭਾਅ ਹੈ, ਜੋ ਸ਼ਰਨ ਆਵੈ ਤਿਸ ਕੰਠ ਲਾਵੈ, ਇਹ ਬਿਰਧ ਸੁਆਮੀ ਸੰਦਾ। ਮੁੱਢ ਕਦੀਮਾਂ ਦਾ, ਆਦਿ ਕਾਲ ਦਾ ਇਹ ਸਤਿਗੁਰੂ ਜੀ ਦਾ ਸੁਭਾਅ ਹੈ। ਜਿਹੜਾ ਗੁਰੂ ਦੀ ਚਰਨ ਸ਼ਰਨ ਵਿੱਚ ਆਉਣਾ ਪ੍ਰਵਾਨ ਕਰ ਲਏ, ਗੁਰੂ ਉਸ ਨੂੰ ਗਲ ਨਾਲ ਲਾ ਲੈਂਦਾ, ਗੁਰੂ ਉਸ ਨੂੰ ਦੂਰ ਨਹੀਂ ਕਰਦਾ। ਪਰ ਇਹ ਬਰਕਤ ਵੱਲ ਭਾਈ ਬਿਧੀ ਚੰਦ ਜੀ ਦਾ ਹਿਰਦਾ ਕਿਵੇਂ ਮੁੜਿਆ ਹੈ, ਕਿਸ ਤਰ੍ਹਾਂ ਇਸ ਪਾਸੇ ਵੱਲ ਆਇਆ। ਬੜੀ ਦਫਾ ਇਤਿਹਾਸ ਆਪਨੇ ਪੜ੍ਹਿਆ ਹੋਵੇਗਾ, ਸਰਵਣ ਕੀਤਾ ਹੋਵੇਗਾ। ਭਾਈ ਬਿਧੀ ਚੰਦ ਨੂੰ ਕਰਤਾ ਪੁਰਖ ਦੀ ਨੇਤ ਨਾਲ ਭਾਈ ਅਦਲੀ ਦੀ ਸੰਗਤ ਪ੍ਰਾਪਤ ਹੋ ਗਈ, ਭਾਈ ਅਦਲੀ ਕੋਲ ਬੈਠਣਾ ਪ੍ਰਾਪਤ ਹੋ ਗਿਆ।